ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਸੋ ਕਹੋ ਟਲ ਗੁਰ ਸੇਵੀਐ ਅਹਣ ਸੋ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਤਿਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੇ ਸਦਾ ਤੂੰ ਰੱਖਦਾ ਹਰਿ ਜੀਉ ਤੁਰ ਤੂੰ ਰੱਖਦਾ ਆਇਆ ਭਗਤਾਂ ਦੇ ਸਦਾ ਤੂੰ ਰੱਖਦਾ ਹਰਿ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲਏ ਹਰਿ ਜੀਉ ਹਰਨਾਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰਿ ਜੀਉ ਮਨ ਮਗ ਭਰਮ ਭੁਲਾਇਆ ਹਰਿ ਜੀ ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਈ ਹਰਿ ਜੀ ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚੌਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਤੀਜਾ, ਘਰ ਪਹਿਲਾ ਤਿਤੁਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 637 ਅਤੇ 638 ਦੇ ਉੱਤੇ ਸਭਾਇਮਾਨ ਨੇ। ਘਰ ਪਹਿਲੇ ਦੇ ਅੰਦਰ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ। ਤਿਤੁਕੀ ਤਿੰਨ ਪਦਿਆਂ ਵਾਲੇ ਇਹ ਪਾਵਨ ਸ਼ਬਦ ਨੇ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਗਿਆ, ਜਿਹੜਾ ਇੱਕ ਹੈ, ਅਦੁੱਤੀ ਹੈ, ਸਰਵ ਵਿਆਪੀ ਹੈ। ਸਤਿਗੁਰ ਪ੍ਰਸਾਦ ਉਹ ਰੱਬ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਮਿਲ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਉਸ ਰੱਬ ਪਰਮੇਸ਼ਰ ਦੀ ਸਿਫਤ ਵਡਿਆਈ ਕਰਦਿਆਂ ਹੋਇਆਂ, ਉਹਨੂੰ ਵੱਡਾ ਕਹਿੰਦੇ ਹੋਏ ਇੱਕ ਅਰਦਾਸ ਬੇਨਤੀ ਕੀਤੀ ਕਿ ਹਰ ਜੀ ਇਹ ਤੇਰੀ ਵਡਿਆਈ, ਰੱਬ ਜੀ ਪਰਮੇਸ਼ਰ ਜੀ ਇਹ ਤੁਹਾਡੀ ਵੱਡੀ ਵਡਿਆਈ ਹੈ। ਤੇ ਕਿਹੜੀ ਵਡਿਆਈ? ਭਗਤਾਂ ਕੇ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ। ਬਸ ਜਿਹੜਾ ਭਗਤ ਤੇਰੀ ਸ਼ਰਨ ਵਿੱਚ ਆ ਜਾਏ ਤੇ ਸ਼ਰਨ ਵਿੱਚ ਪਿਆ ਹੋਇਆ ਭਗਤਾਂ ਦੀ ਤੂੰ ਲਾਜ ਰੱਖਣਾ ਹੈ, ਪੈਜ ਰੱਖਦਾ ਹੈ। ਇਹ ਤੇਰੀ ਵੱਡੀ ਵਡਿਆਈ ਹੈ। ਔਰ ਏਡੀ ਵੱਡੀ ਵਡਿਆਈ ਧੰਨ ਗੁਰੂ ਅਮਰਦਾਸ ਜੀ ਨੇ ਪਹਿਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤੀ ਕਿ ਅੱਜ ਤੋਂ ਨਹੀਂ, ਕਹਿੰਦੇ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਧੁਰ ਤੋਂ ਲੈ ਕੇ। ਜਦੋਂ ਤੋਂ ਰੱਬ ਨੇ ਪਰਮੇਸ਼ਰ ਨੇ ਮਨੁੱਖ ਜਾਤ ਬਣਾਈ, ਜਦੋਂ ਤੋਂ ਮਨੁੱਖ ਪੈਦਾ ਕੀਤਾ, ਉਦੋਂ ਤੋਂ ਉਸ ਰੱਬ ਦੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਭਗਤ ਜਨ ਵੀ ਪੈਦਾ ਹੋਏ। ਔਰ ਉਦੋਂ ਤੋਂ ਲੈ ਕੇ ਉਹਦਾ ਬਿਰਧ ਹੈ ਕਿ ਜਿਹੜਾ ਉਹਦਾ ਭਗਤ ਬਣ ਜੇ, ਉਹਦੀ ਭਗਤੀ ਵਿੱਚ ਲੱਗਿਆ ਹੋਵੇ, ਫਿਰ ਕਹਿੰਦੇ ਸਦਾ ਹੀ ਰੱਖਦਾ ਹੈ ਤੇ ਹਰ ਇੱਕ ਮੁਸੀਬਤ ਦੇ ਵਿੱਚ ਰੱਖਦਾ ਹੈ। ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਤੇ ਕਿਵੇਂ ਰੱਖਦਾ ਹੈ? ਅੱਗੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਪੁਰਾਣ ਦੇ ਵਿੱਚੋਂ। ਪੁਰਾਣਕ ਉਦਾਹਰਣ ਹੈ ਕਿ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਕਿ ਕੱਲ੍ਹ ਵੀ ਸ਼ਾਇਦ ਬੇਨਤੀ ਕੀਤੀ ਸੀ ਕਿ ਸਿੱਖ ਦੇ ਘਰ ਬੱਚੇ ਦਾ ਜਨਮ ਹੋ ਜੇ ਤੂੰ ਸਿੱਖ ਨਹੀਂ, ਹਿੰਦੂ ਦੇ ਘਰ ਜਨਮ ਬੱਚੇ ਦਾ ਹੋ ਗਿਆ ਤੇ ਹਿੰਦੂ ਨਹੀਂ ਬਣਦਾ। ਅਸਲ ਵਿੱਚ ਆਪਣੇ ਕਰਮਾਂ ਕਰਕੇ ਬਣਦਾ ਹੈ। ਸਿੱਖੀ ਦੀ ਦਾਤ ਗੁਰੂ ਦੀ ਮਰਜ਼ੀ ਹੈ। ਰੱਬ ਦੇ ਪਰਮੇਸ਼ਰ ਦੀ ਬੰਦਗੀ ਉਸ ਰੱਬ ਦੀ ਆਪਣੀ ਮਰਜ਼ੀ ਹੈ, ਉਹਦੀ ਦਾਤ ਹੈ। ਕਿ ਹਰਨਾਕਸ਼ ਦੇ ਘਰ ਪੈਦਾ ਹੋਇਆ, ਜਿਹਨੂੰ ਸਤਿਗੁਰੂ ਦੇ ਬਾਣੀ ਨੇ ਵੀ ਦੁਸ਼ਟ ਸ਼ਬਦ ਵਰਤਿਆ ਹੈ। ਔਰ ਲੋਕ ਉਹਨੂੰ ਹਰਨਾਕਸ਼ ਨੂੰ ਰਾਖਸ਼ ਕਹਿੰਦੇ ਸਨ। ਕਿ ਜਿਹਦੇ ਅੰਦਰ ਦਇਆ ਨਾਮ ਦੀ, ਧਰਮ ਨਾਮ ਦੀ ਕੋਈ ਚੀਜ਼ ਨਹੀਂ, ਜਿਹੜਾ ਕਹਿੰਦਾ ਸੀ ਕੋਈ ਰੱਬ ਨਹੀਂ, ਮੈਂ ਹੀ ਰੱਬ ਹਾਂ, ਮੇਰੇ ਤੋਂ ਅੱਗੇ ਕੋਈ ਨਹੀਂ। ਉਸ ਦੁਸ਼ਟ ਹਰਨਾਕਸ਼ ਦੇ ਘਰ ਪ੍ਰਹਿਲਾਦ ਨੇ ਜਨਮ ਲਿਆ ਤੇ ਗੁਰੂ ਸਾਹਿਬ ਜੀ ਨੂੰ ਉਹ ਭਗਤੀ ਇਹ ਕਹਿ ਲੈ ਕੇ ਜੰਮ ਦੇ ਦਿੱਤੀ ਕਿ ਪਿਛਲੇ ਕਰਮਾਂ ਦੇ ਭਾਗ ਉਹ ਭਗਤ ਪ੍ਰਹਿਲਾਦ ਸ਼ਬਦ ਵੀ ਵਰਤਿਆ, ਭਗਤ ਪ੍ਰਹਿਲਾਦ। ਉਦਾਹਰਣ ਦਿੱਤੇ ਕਿਵੇਂ ਰੱਖਦਾ, ਕਹਿੰਦਾ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ। ਤੁਸੀਂ ਪ੍ਰਹਿਲਾਦ ਵਰਗਿਆਂ ਨੂੰ ਰੱਖ ਲਿਆ, ਹਰਨਾਕਸ਼ ਮਾਰ ਪਚਾਇਆ ਤੇ ਹਰਨਾਕਸ਼ ਵਰਗੇ ਦੁਸ਼ਟ ਨੂੰ ਮਾਰ ਕੇ ਪਚਾ ਦਿੱਤਾ, ਖਪਾ ਦਿੱਤਾ। ਔਰ ਭਗਤ ਨਾਮਦੇਵ ਜੀ ਦਾ ਤਾਂ ਪੂਰਾ ਪਾਵਨ ਸ਼ਬਦ ਹੈ
कि किवें भगत नूं बचाया, अपने भगतां दी किवें रखदा है। कि जदों भगत प्रहलाद जी भगती दे विच लगे, छोटी उम्र है, और ये हरनाकश ने देखिया किसी रब नूं जपदा, किसी हरि नूं, किसी राम नूं जपदा है। इन्हें बथेरा पहलों आप समझाया कि तू जे जपना है तो केवल जले हरनाकश, थले हरनाकश जपना है। नहीं समझे तो कहते फिर दो उस्ताद भी मुकर्रर किए गए। और भगत नामदेव जी का पावन बचन है, केवल साखी नहीं, कि जिन्हों का नाम संडा ते अमर काया है। और हरनाकश ने कह के भेजे कि इनू सिखाओ, जेड़े भी ढंग नाल सिखाउणा है, प्यार नाल पढ़ाओ, कुट के पढ़ाओ, एक पासे बिठा के पढ़ाओ, पर इनू ये पढ़ाओ कि जले हरनाकश, थले हरनाकश। और भगत नामदेव जी कहते हैं कि वो संडा ते अमरग पढ़ा पढ़ा के थक गए, वो तो नहीं पढ़िया, पर जेडे होर नाल विद्यार्थी पढ़ते सन उन्होंने जरूर ये सिखा दिता कि नहीं, मेरा प्यो झूठ बोलता है। जले हरि है, थले हरि है, हर थां तो हरि हरि है। ईबे बैठल ऊबे बैठल, बैठल बिन संसार नहीं, रब तो बिना कोई नहीं, वो आप ही है। जे सब थावां ते है वो बैठल है। जे तुसीं पढ़ना है तो पढ़ो जले हरि थले हरि। हुण कहंदे वो जिहड़े विद्यार्थी सन संडे ते अमरग दे, सारे पढ़न लग गए, वो सारे राम नाम जपदे ने। हुण जदों संडे अमरग ने आके पुकार कीती, हथ जोड़े कि असीं थक गए, ये जले हरनाकश नहीं पढ़ता, ना इन्हें पढ़ना है। हरनाकश ने अपने घर वाले नूं, प्रहलाद की मां नूं अगे कीता, मोह दी ममता दी तंदां अगे आईयां कि छड्ड, तेरे प्यो ने सारी धरती अपने कब्जे च कीती है, ये जो चाहे वो कर सकता है, ये मार भी सकता है। इहदे अंदर जे तरस ना, दया ना दी चीज़ कोई नहीं, कि पुत्र तू जो बापू कहता वो कर। पर भगत प्रहलाद जिन्हों रब भगती बख्शे, फिर मोह दी तंदां भी अगे जड़ियाँ आके वो मोह माया नहीं बन सकती, वो माया अगों मोह बन के राह रोक नहीं सकती भगत का। जदों माँ की ममता भी कम नहीं की तो उत्थे भगत जी कहते हैं दुष्टां ने फिर मता पकाया। हरनाकश कहता कि लै जाओ उत्ते पहाड़ पे, पहाड़ तो सुटो थले, पहलों कहते लै जाओ रुख तो सुटो थले, पहाड़ तो सुटिया, धरती ने अपना जिहड़ा सी जिवें सुभाव ही बदल गया, जिवें फुल्लां दी बन गई। प्रहलाद का कुछ नहीं बिगड़िया, अपने भगतों की इस तरह रखता है। और गुरु के सिखा, जे तू चाहना कि हर मुसीबत तो बचना है, हर मुसीबत तो आप गुरु रखे, फिर उवें का भगत बनना पेगा, तेनों उनके लिए कुछ ना कुछ तो करना पेगा, वो तो रखता है। जे तू चाहना मुसीबतों तो छुटकारा, तो फिर धन गुरु अमरदास जी ने पावन बचन भी कहे ने। पहला भगत प्रहलाद जी जो भगत नामदेव जी ने पावन बचन किया, कहते संडा मरका जाए पुकारे, पढ़े नहीं हम ही पचहारे। तो जदों अगों हरनाकश पुछदा कि क्यों नहीं पढ़ता, कहता की है, वो उस्ताद कहते ने कहना कि तो कहता राम कहे कर ताल बजावे, चटिया सबे बिगारे। ये हथों के नाल ही ताल बजाई जाता है, राम नाम जपदा, तो बाकी चाटड़े कहते विद्यार्थी उन्होंने जपाना शुरू कर दिता। राम नामा जपो करे, हृदय हर जी को सिमरन धरै। वो तो राम नाम ही जपदा, अपने हृदय के अंदर राम के सिमरन उन्हें टिका लिया है। कहते फिर माँ आई बसदा बसकीनी पटरानी, बसदा बसकीनी सब राजे, बिनती करे पटरानी। पटरानी रानी वो बेनती करते, सारे राजे ने धरती वस की है कि बसदा बसकीनी सब राजे, बिनती करे पटरानी। पूत प्रहलाद कहया नहीं मानै, तिन तो औरे ठानी। तो जदों औरे ठानी कहा नहीं मन्निया,
फिर कहते दुष्ट सभा मिल मंत्र उपाया, करसे औद कनेरी कि जे नहीं मनता फिर मार दो। हरनाकश ने कह दिता है तो उनका प्यो है कि जे ये नहीं मनता, किसी तरह नहीं मनता, फिर हुण इहनूं मार दो। डरावे तो बथेरे देवे, हुण मारो। तो मारन वास्ते किया कि कहते पहाड़ तो सुटिया, रुख तो सुटिया, डूंगे पानी दे विच डुबो दिता, पर पानी ने भी डुबिया नहीं, पहाड़ ने भी मारिया नहीं, रुख ने भी अपनी जिरांद बदल ली। अखीर तक कहते ने अग दे विच बिठाओ। और ये मनौत है कि होलका की झोली दे विच बिठाया गया। होलका एक कपड़ा इवें दा लैंदी सी कि अग नहीं सी साड़दी, पर उस कपड़े 'च कोई होर भी बैठ जाओ उन्होंने साड़ के तबाह करती सी। आप वो कपड़ा उत्ते लिया भगत प्रहलाद 5 कुछ साल उम्र गोद 'च बिठाया, अग 'च बह गए, पर अग ने होलका नूं ते साड़ दिता। अपने भगतां दे वो रखदा है, भगत प्रहलाद नूं अग भी साड़ नहीं सकी। कहते गिरतार जल जवाला भै रखियो, राजा राम माया फेरी। ते जदों सारे हिले वरत के वेख ले, कहते फिर आप कृपाण कट ली। काड़ खड़क काल पै कुपियो, मोहे बचावो जो तो रखै। कि प्रहलाद हुण दस तेनू कौन बचाएगा मेरी कृपाण तो। कहते फिर जिहड़ा भगतां दे रखण वाला है ना, जिंदा बिरद है, वो आप ही उस थंब दे विचों बोलदा है कि जिहड़े थंब नूं जप्फियां पवा के भी तूं वेख लिया ना। हुण भगत प्रहलाद नूं ना पुछ कौन बचाउंदा, मेरे नाल गल कर, बचाउण वाला मैं हां। वो तो कहते ने काड़ कड़क काल पै कोपियो, मोहे बतावो जो तो रखै। फिर कहते पीत पतंबर त्रिभवन धनी, थम मैं हर भाखै। कहते हुण मेरे नाल गल, थम दे विचों बोलते ने मेरे नाल गल कर। तो कल्ली गल नहीं, कहते हरनाकश जिन नखो बिदारिया, सुर नर किए सनाथा। उसे हरनाकश नूं मार बचाया। कहते प्रहलाद जन तुद राख ले हर जियो, हरनाकश मार बचाया। पर नाल ही गुरु साहब ने उदाहरण भी दिती, ते उदाहरण दे के अगे जेडे फिर तर्क करने वाले ने उन्होंने दलील भी दिती। हुण सतगुरु जी कहते ने गुरमुखा नूं प्रतीत है हर जियो, मनमुख भरम भुलाया। जेडे गुरु के शरण विच पै गए, गुरमुख हो गए, उन्होंने तो भरोसा जे प्रहलाद नूं रखिया तो सानू भी हर मुसीबत वो रखेगा। पर मनमुख जेडे ने भरम भुलायो, भरम दे विच पै के भुल गए, उन्होंने प्रतीत कदे आई नहीं। वो तर्का करते हैं कि इस तरह भी हो सकता है, अग तो भी कोई बच सकता है, एडे पहाड़ तो किसी को सुटिया जाए थले तो वो भी बच सकता है। ये हो ही नहीं सकता, क्योंकि मनमुख भरम दे विच ने, उन्होंने प्रतीत नहीं। मनमुख गुरमुखा नूं प्रतीत है हर जियो, मनमुख भरम भुलाया। हुण धन गुरु अमरदास जी के पावन बचन ने, भाई सिखा जे तू चाहुंदा कि हर मुसीबत तो बचना है, मुसीबत तेरा कुछ ना बिगाड़े, तो फिर काम तेनों करना पैना है, फिर भगत तेनों बनना पैना है। और देखो बेनती करते भगत की रीस कर लेनी गल वखरी है। भगत वर्गा सीधा साधा जा लिबास पा लेना किसी भी तरह का वो सौखा है। भगतां की तरह हौली हौली मिठा मिठा बोल लेना ये बड़ा सौखा है। पर धन गुरु अमरदास जी कहते हैं जिन्हां दी रब फिर आप रखता है ना, उवें दा भगत बनना भाई इन्ना सौखा नहीं। जे मुसीबत तो बचना चाहुंदा तो भगत बन केड़ा जी। और आनंद साहब दे विच गुरु साहब जी रोज़ समझाते हैं, कहते भगत वो जिहड़ा लोकां दे पिछे नहीं लगता, भगत वो जिहड़ा लोकां दी परवाह नहीं करता कि जे मैं ये कर्म ना किया तो लोग की कहणगे। भगत जे कोई परवाह करता है तो इक्को करता है कि मेरा गुरु की कहता है।
ਜਿਹੜਾ ਕਰਮ ਮੈਂ ਕਰ ਲੱਗਿਆ, ਜੇ ਮੈਂ ਕਰ ਲਿਆ ਤੇ ਮੇਰਾ ਗੁਰੂ ਕੀ ਕਹੇਗਾ। ਉਹ ਲੋਕਾਂ ਦੇ ਨਹੀਂ ਕਿ ਲੋਕ ਕੀ ਕਹਿਣਗੇ। ਔਰ ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਹੈ, ਕਹਿੰਦੇ ਭਗਤਾਂ ਕੇ ਚਾਲ ਨਿਰਾਲੇ, ਚਾਲਾਂ ਨਿਰਾਲੇ ਭਗਤਾਂ ਕੇ ਰੇ, ਬਿਕਮ ਮਾਰਗ ਚੱਲਣਾ। ਤੇ ਭਗਤ ਬਣਨਾ ਇੰਨਾ ਸੌਖਾ ਨਹੀਂ। ਚਾਲ ਵੱਖਰੀ ਹੈ। ਚਾਲ ਦਾ ਅਰਥ ਜੀਵਨ ਦੀ ਮਰਿਆਦਾ ਵੱਖਰੀ ਹੈ, ਦੁਨੀਆ ਨਾਲੋਂ ਵੱਖਰੀ ਹੈ। ਔਰ ਇਸੇ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਇੱਕ ਤਾਂ ਸਤਿਗੁਰੂ ਜੀ ਨੇ ਪਾਵਨ ਬਚਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਥਾਂ ਤੇ ਬਚਨ ਹੁੰਦੇ ਨੇ ਕਿ ਜਿਹੜੇ ਭਗਤ ਨੇ ਤੇ ਜਿਹੜੇ ਸੰਸਾਰਿਕ ਲੋਕ ਨੇ, ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ। ਕਿਉਂਕਿ ਸੰਸਾਰ ਵਾਲਿਆਂ ਨੇ ਪਰਵਾਹ ਕਰਨੀ ਕਿ ਗੁਆਂਢੀ ਕੀ ਕਹਿਣਗੇ। ਸੰਸਾਰ ਵਾਲਿਆਂ ਨੇ ਪਰਵਾਹ ਇਹ ਕਰਨੀ ਕਿ ਪ੍ਰਾਹੁਣਾ ਕੀ ਕਹੇਗਾ, ਫੁੱਫੜ ਕੀ ਕਹੇਗਾ। ਪਰ ਭਗਤਾਂ ਨੇ ਕੇਵਲ ਇਹ ਵਿਚਾਰ ਕਰਨੀ ਕਿ ਮੇਰਾ ਗੁਰੂ ਕੀ ਕਹਿੰਦਾ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਸ ਕਰਕੇ ਸੰਸਾਰੀਆਂ ਦੀ ਤੇ ਭਗਤਾਂ ਦੀ ਆਪਸ ਵਿੱਚ ਬਹੁਤੀ ਬਣਦੀ ਨਹੀਂ। ਵੀ ਭਗਤਾਂ ਦੀ ਚਾਲ ਹੀ ਵੱਖਰੀ ਹੈ, ਉਹਨਾਂ ਦੇ ਜੀਵਨ ਦੀ ਮਰਿਆਦਾ ਹੀ ਵੱਖਰੀ ਹੈ। ਤੇ ਜਿਹੜੇ ਇਹ ਚਾਲ ਤੇ ਚੱਲ ਪਏ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੇਖੋ ਇਹ ਸੌਖਾ ਨਹੀਂ। ਇਹ ਖੰਨੋ ਤਿੱਖੀ ਵਾਲੋਂ ਨਿੱਕੀ, ਇਹ ਮਾਰਗ ਜਾਣਾ। ਜੇ ਭਗਤੀ ਦੇ ਇਸ ਰਾਹ ਤੇ ਚੱਲਣਾ ਤੇ ਵਿਚਾਰ ਕਰਨੀ ਖੰਡੇ ਨਾਲੋਂ ਤਿੱਖੀ ਹੈ। ਜਿਹੜੇ ਰਸਤੇ ਤੁਹਾਡੀ ਜਾਣਾ ਹੈ ਵਾਲ ਨਾਲੋਂ ਬਰੀਕ ਰਸਤਾ ਹੈ। ਆ ਤੂੰ ਇਸ ਰਸਤੇ ਤੇ ਚੱਲ, ਗੁਰੂ ਰੱਬ ਪਰਮੇਸ਼ਰ ਤੇਰੀ ਹਰ ਮੁਸੀਬਤ ਤੋਂ ਤੈਨੂੰ ਬਚਾਏਗਾ। ਹੁਣ ਅਰਦਾਸ ਤੇ ਸਾਡੀ ਹੁੰਦੀ ਕਿ ਸਾਨੂੰ ਜਿਵੇਂ ਭਗਤ ਨੂੰ ਬਚਾਇਆ ਸਾਨੂੰ ਬਚਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਤੇ ਚੱਲ ਕੇ ਤੇ ਵੇਖ, ਉਹਦਾ ਤੇ ਬਿਰਧ ਹੈ, ਸੁਭਾਅ ਹੈ, ਉਹਦੇ ਤੇ ਵਡਿਆਈ ਹੈ। ਹਰ ਜੇ ਇਹ ਤੇਰੇ ਵਡਿਆਏ, ਭਗਤਾਂ ਕੇ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ ਰਹਾਉ। ਤੇ ਫਿਰ ਜਿਹੜੇ ਐਵੇਂ ਦੇ ਭਗਤ ਬਣ ਜਾਣ ਜਿਨ੍ਹਾਂ ਦੀ ਚਾਲ ਨਿਰਾਲੀ ਹੈ, ਕਹਿੰਦੇ ਭਗਤਾਂ ਨੂੰ ਜਮ ਜੋਹੇ ਨਾ ਸਕੈ, ਕਾਲ ਨਾ ਨੇੜੇ ਜਾਈ। ਉਹਨਾਂ ਨੂੰ ਜਮ ਜੋ ਨਹੀਂ ਸਕਦਾ। ਦੁਨੀਆ ਦੀ ਮੁਸੀਬਤ ਤੇ ਛੱਡੋ, ਕਹਿੰਦੇ ਕਾਲ ਵੀ, ਮੌਤ ਵੀ ਉਹਦੇ ਨੇੜੇ ਨਹੀਂ ਜਾਂਦੀ। ਉਹ ਉਵੇਂ ਦੇ ਭਗਤ ਨੇ ਕਿ ਜਦੋਂ ਸਰੀਰ ਵੀ ਛੱਡਣਾ ਆਪਣੀ ਇੱਛਾ ਦੇ ਅਨੁਸਾਰ ਹੀ ਛੱਡ ਜਾਣਾ ਹੈ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਤੇ ਭਗਤਾਂ ਦੇ ਨੇੜੇ ਮੁਸੀਬਤ ਆਉਂਦੀ ਕਿਉਂ ਨਹੀਂ, ਕਾਲ ਤੱਕ ਕਿਉਂ ਨਹੀਂ ਹੁੰਦਾ? ਕਿਉਂਕਿ ਉਹਨਾਂ ਨੇ ਕੇਵਲ ਰਾਮ ਦੇ ਨਾਮ ਨਾਲ ਲਿਵ ਲਾਈ ਹੈ। ਰਾਮ ਨਾਮ ਹਿਰਦੇ ਵਿੱਚ ਵਸ ਗਿਆ ਹੈ। ਨਾਮੇ ਹੀ ਮੁਕਤ ਪਾਈ, ਉਹਨਾਂ ਨਾਮ ਦੇ ਰਾਹੀਂ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲਈ ਹੈ। ਰਿੱਧ ਸਿੱਧ ਸਭ ਭਗਤਾਂ ਚਰਣੇ ਲਾਗੇ, ਗੁਰ ਕੈ ਸਹਿਜ ਸੁਭਾਏ। ਜਿੰਨੀਆਂ ਰਿੱਧੀਆਂ ਨੇ, ਜਿੰਨੀਆਂ ਸਿੱਧੀਆਂ ਨੇ, ਭਗਤਾਂ ਚਰਨੀ ਲੱਗੀ। ਇਹ ਭਗਤਾਂ ਦੇ ਚਰਨਾਂ ਵਿੱਚ ਨੇ, ਪੈਰਾਂ ਵਿੱਚ ਨੇ। ਦੇਖੋ ਦੁਨੀਆ ਦੇ ਲੋਕ ਬੰਦਗੀ ਕਰਦੇ ਨੇ, ਸਰੀਰ ਨੂੰ ਦੁੱਖ ਦਿੰਦੇ ਨੇ, ਇਸ ਕਰਕੇ ਕਿ ਸਾਡੇ ਕੋਲ ਰਿੱਧੀ ਸਿੱਧੀ ਆ ਜਾਏ। ਪਰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਭਗਤੀ ਦੇ ਰਾਹ ਤੇ ਚੱਲ ਪਏ, ਜਿਹੜਾ ਭਗਤ ਬਣ ਗਿਆ, ਰਿੱਧੇ ਸਿੱਧੇ ਤੋਂ ਦੇ ਪੈਰਾਂ ਵਿੱਚ ਨੇ। ਔਰ ਧੰਨ ਗੁਰੂ ਅਮਰਦਾਸ ਜੀ ਦੇ ਕਥਾ ਤੇ ਪਾਵਨ ਬਚਨ ਹੈ। ਉਹ ਕਈ ਵਾਰੀ ਹੁਕਮਨਾਮੇ ਦੇ ਵਿੱਚ ਵੀ ਆਪ ਜੀ ਸਰਵਣ ਕਰਦੇ ਹੋ ਕਿ ਨਵ ਨਿੱਤੀ 18 ਸਿੱਧੇ ਪਿੱਛੇ ਲੱਗੀਆਂ ਫਿਰੈ, ਜੋ ਹਰ ਚਰਣੀ ਚਿਤ ਲਾਏ। ਬਸ ਜੇ ਤੂੰ ਚਾਹੁੰਦਾ ਰਿੱਧੀਆਂ ਸਿੱਧੀਆਂ ਸਾਰੀਆਂ ਆ ਜਾਣ, ਇਹਦੇ ਪੈਰਾਂ ਦੇ ਪਿੱਛੇ, ਪੈਰਾਂ ਦੇ ਥੱਲੇ ਪਿੱਛੇ ਪਿੱਛੇ ਭੱਜੀਆਂ ਫਿਰਨਗੀਆਂ। ਬਸ ਸਿੱਖਾ ਤੂੰ ਇਹ ਕੰਮ ਕਰਨਾ, ਹਰੇ ਦੇ ਪਰਮਾਤਮਾ ਦੇ ਨਾਲ ਆਪਣੀ ਲਿਵ ਲਾਉਣੀ ਹੈ, ਚਿੱਤ ਲਾਉਣਾ ਹੈ। ਰਿੱਧ ਸਿੱਧ ਸਭ ਭਗਤਾ ਚਰਣੇ ਲਾਗੇ, ਗੁਰ ਕੈ ਸਹਿਜ ਸੁਭਾਏ। ਅਗਲੇ ਪਦੇ ਜੀ ਨਾਲ ਫਿਰ ਬਖਸ਼ਿਸ਼ ਕਰਦੇ ਨੇ। ਮਨ ਮੁਖਾਂ ਨੂੰ ਪ੍ਰਤੀਤ ਨ ਆਵੇ, ਅੰਤਰ ਡੂਬ ਸੁਭਾਉ। ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਬੰਦੇ ਨੂੰ ਕਦੇ ਪ੍ਰਤੀਤ ਆਉਂਦੀ ਨਹੀਂ, ਭਰੋਸਾ ਹੁੰਦਾ ਹੀ ਨਹੀਂ। ਤੇ ਕਿਉਂ ਨਹੀਂ ਭਰੋਸਾ ਹੁੰਦਾ? ਕਹਿੰਦੇ ਅੰਤਰ ਲੋਭ ਸੁਭਾਉ, ਉਹਨਾਂ ਦੇ ਅੰਦਰ ਹਰ ਵੇਲੇ ਲੋਭ ਹੈ, ਸਵਾਰਥ ਹੈ। ਤੇ ਜਿਹੜਾ ਸਵਾਰਥੀ ਬੰਦਾ ਹੋਵੇ, ਜਿਹਦੇ ਅੰਦਰ ਹਰ ਵੇਲੇ ਲਾਲਚ ਭੱਜਦਾ ਹੋਵੇ, ਉਹ ਕਦੇ ਕਿਸੇ ਤੇ ਯਕੀਨ ਕਰਦਾ ਹੀ ਨਹੀਂ। ਆਪਣੇ ਵੱਲੋਂ ਯਕੀਨ ਦਿਵਾਏਗਾ ਪਰ ਆਪ ਕਿਸੇ ਦਾ ਯਕੀਨ ਨਹੀਂ ਕਰਦਾ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ,
ਹਰ ਨਾਮ ਨਾ ਲਾਗਾ ਭਾਉ, ਉਹਨਾਂ ਨੂੰ ਪ੍ਰਤੀਤ ਕਿਉਂ ਨਹੀਂ ਹੁੰਦੀ, ਭਰੋਸਾ ਕਿਉਂ ਨਹੀਂ ਹੁੰਦਾ। ਗੁਰਮੁਖ ਕਿਉਂ ਕਦੇ ਗੁਰਮੁਖ ਬਣੇ ਹੀ ਨਹੀਂ, ਗੁਰੂ ਦੇ ਸਨਮੁਖ ਹੋਏ ਹੀ ਨਹੀਂ। ਹਿਰਦੇ ਸ਼ਬਦ ਨਾ ਭੇਦਿਓ, ਤੇ ਗੁਰਮੁਖ ਬਣਨ ਤੋਂ ਬਿਨਾਂ, ਗੁਰੂ ਦੇ ਸਨਮੁਖ ਹੋਣ ਤੋਂ ਬਿਨਾਂ ਸ਼ਬਦ ਨੇ ਅੰਦਰ ਉਹ ਛੇਦ ਨਹੀਂ ਕਰਨਾ, ਸ਼ਬਦ ਨੇ ਅੰਦਰ ਨੂੰ ਵਿੰਨਣਾ ਨਹੀਂ। ਤੂੰ ਸਨਮੁਖ ਹੋਵੇ, ਗੁਰੂ ਵਾਲਾ ਬਣੇ, ਤੇ ਗੁਰੂ ਦੇ ਸ਼ਬਦ ਨੇ ਫਿਰ ਕਿਰਪਾ ਕਰਨੀ, ਅੰਦਰ ਉਹ ਛੇਦ ਕਰੇਗਾ, ਵਿੰਨਿਆ ਜਾਏਗਾ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਸ਼ਬਦ ਦਾ ਉਹ ਤੀਰ ਅੰਦਰ ਲੱਗੇਗਾ ਜਦੋਂ ਗੁਰਮੁਖ ਬਣੇਗਾ। ਪਰ ਮਨ ਦੇ ਪਿੱਛੇ ਚੱਲਣ ਵਾਲੇ ਨਾ ਗੁਰਮੁਖ ਬਣੇ, ਨਾ ਹਿਰਦੇ ਦੇ ਵਿੱਚ ਉਹ ਸ਼ਬਦ ਜਿਹੜਾ ਵਿੰਨਿਆ ਵਸਿਆ ਗਿਆ। ਹਰ ਨਾਮ ਨਾ ਲੱਗਾ ਭਾਉ, ਜੇ ਸ਼ਬਦ ਦੇ ਅੰਦਰ ਨਹੀਂ ਆਇਆ ਤੇ ਹਰੀ ਪ੍ਰਮਾਤਮਾ ਦੇ ਨਾਲ ਭਾਉ ਪ੍ਰੇਮ ਕਿਵੇਂ ਬਣਨਾ ਹੈ। ਫਿਰ ਕਹਿੰਦੇ ਨੇ ਉਹਨਾਂ ਦਾ ਜੀਵਨ ਹੈ ਕਿ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ। ਕੂੜ ਕਪਟ ਪਾਜ ਲਹਿ ਜਾਸੇ, ਮਨ ਮੁਖ ਫਿੱਕਾ ਆਲਾਓ। ਕਹਿੰਦੇ ਉਹਨਾਂ ਦੇ ਅੰਦਰ ਕਿਉਂਕਿ ਹੈ ਹੀ ਕਪਟ, ਉਹ ਭਗਤਾਂ ਦੇ ਰਿਸ਼ਤੇ ਕਰਦੇ ਨੇ, ਪਰ ਜਿਨ੍ਹਾਂ ਦੇ ਅੰਦਰ ਕਪਟ ਹੋਵੇ, ਲੋਭ ਹੋਵੇ, ਸਵਾਰਥ ਹੋਵੇ, ਪਾਜ ਲਹਿ ਜਾਸੀ, ਬਈ ਇੱਕ ਦਿਨ ਤੇ ਉਹ ਪਾਜ ਖੁੱਲ੍ਹ ਹੀ ਜਾਣਾ ਹੈ। ਉਹ ਪਰਦਾ ਸਦਾ ਟੱਕਿਆ ਨਹੀਂ ਰਹਿਣਾ, ਦੁਨੀਆ ਦੇ ਲੋਕਾਂ ਤੋਂ ਢੱਕ ਵੀ ਲਏਗਾ, ਪਰ ਧਰਮ ਰਾਏ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢੱਕ ਹੈ, ਵੀ ਫਿਰ ਕਿਹੜਾ ਲੁਕੋਏਗਾ। ਹੁਣ ਕਹਿੰਦੇ ਨੇ ਉਹਨਾਂ ਦੇ ਅੰਦਰ ਕੂੜ ਹੈ, ਕਪਟ ਹੈ, ਪਰ ਇਹ ਜਾਣਦੇ ਨਹੀਂ ਖੁੱਲ੍ਹ ਜਾਣਾ ਹੈ। ਤੇ ਅਗਲਾ ਕੰਮ ਕੀ ਕਰਦੇ ਨੇ, ਮਨਮੁਖ ਫਿੱਕਾ ਆਲਾਓ, ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਫਿੱਕਾ ਆਲਾਓ, ਫਿੱਕਾ ਬੋਲਦੇ ਨੇ, ਮੰਦਾ ਬੋਲਦੇ ਨੇ। ਔਰ ਜਿਹੜਾ ਫਿੱਕਾ ਬੋਲਣ ਵਾਲੇ ਨੇ, ਮੰਦਾ ਬੋਲਣ ਵਾਲੇ ਨੇ, ਭੈੜਾ ਬੋਲਣ ਵਾਲੇ ਨੇ, ਉਹ ਸਤਿਗੁਰੂ ਜੀ ਦੇ ਪਾਵਨ ਬਚਨ ਜ਼ਰੂਰ ਚੇਤੇ ਰੱਖਣ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਕਹਿੰਦੇ ਫਿੱਕਾ ਬੋਲ ਵਿਗੂਚਣਾ ਮਨ ਮੂਰਖ, ਕਹਿੰਦੇ ਜਿਹੜੇ ਫਿੱਕਾ ਬੋਲਦੇ ਨੇ, ਮਨ ਫਿੱਕਾ ਬੋਲ ਵਿਗੂਚਣਾ, ਸੁਣ ਮੂਰਖ ਮਨ ਅਜਾਣ। ਇਹ ਮੂਰਖ ਅਣਜਾਣ ਮਨ ਸੁਣ ਫਿੱਕਾ ਬੋਲਣ ਵਾਲਿਆਂ ਦੀ ਹਾਲਤ ਕਿਵੇਂ ਦੀ ਹੈ, ਮਾੜਾ ਬੋਲਣ ਵਾਲਿਆਂ ਦੀ ਹਾਲਤ ਕੀ ਹੈ ਜੀ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਵਾਲੇ ਤਨ ਕਰਕੇ ਵੀ ਫਿੱਕੇ, ਮਨ ਕਰਕੇ ਵੀ ਫਿੱਕੇ। ਫਿਰ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਐ, ਫਿੱਕੋ ਫਿੱਕਾ ਸੋਏ। ਫਿੱਕਾ ਕੀ ਜੀ, ਫੋਕਾ, ਫੁਕਰਾ ਕਿਹਾ ਜਾਂਦਾ ਹੈ। ਔਰ ਜਿਹੜੇ ਬੰਦੇ ਫੁਕਰੇ ਹੁੰਦੇ ਨੇ ਆਮ ਤੌਰ 'ਤੇ ਫਿਰ ਲੋਕ ਸਗੋਂ ਫੂਕਾ ਮਾਰਦੇ ਨੇ। ਫਿੱਕੋ ਫਿੱਕਾ ਸੱਦੀਐ, ਸਾਹਮਣੇ ਭਾਵੇਂ ਨਾ ਕਹਿਣ ਪਰ ਨਾ ਹੁੰਦਾ ਫੁਕਰਾ, ਕਿਤੇ ਨਾ ਕਿਤੇ ਕਹਿੰਦੇ ਉਹ ਦੇਖੋ ਹੁੰਦਾ ਫੁਕਰਾ ਤੁਰਿਆ ਹੁੰਦਾ ਫਿੱਕਾ, ਉਹਦੇ ਮੂੰਹ ਤੇ ਉਹਦੀ ਵਡਿਆਈ ਵੀ ਕਰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿੱਕੋ ਫਿੱਕੀ ਸੋਏ। ਉਹ ਕੀਤੀ ਹੋਈ ਵਡਿਆਈ ਵੀ ਅਸਲ ਵਿੱਚ ਝੂਠੀ ਹੁੰਦੀ, ਕਿਉਂਕਿ ਲੋਕਾਂ ਨੂੰ ਤਾਂ ਪਤਾ ਅੰਦਰੋਂ ਫਿੱਕਾ ਮਾੜਾ ਹੀ ਬੋਲਦਾ ਹੈ। ਔਰ ਜਿੱਥੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਇਵੇਂ ਦਾ ਫਿੱਕਾ ਬੋਲਣ ਵਾਲੇ, ਕਹਿੰਦੇ ਫਿੱਕਾ ਦਰਗਹਿ ਸੁੱਟੀਐ, ਮੂੰਹ ਥੁੱਕਾ ਫਿੱਕੇ ਪਾਏ। ਫਿੱਕਾ ਬੋਲਣ ਵਾਲੇ ਨੂੰ ਰੱਬ ਦੀ ਦਰਗਾਹ ਦੇ ਵਿੱਚੋਂ ਵੀ ਧੱਕੇ ਮਾਰ ਕੇ ਸੁੱਟਿਆ ਜਾਂਦਾ ਹੈ। ਮੂੰਹ ਤੇ ਤੁੱਕਾ ਪੈਣ ਤੋਂ ਭਾਵ ਹਰ ਥਾਂ ਤੇ ਬੇਇੱਜ਼ਤੀ ਹੈ, ਹਰ ਥਾਂ ਤੋਂ ਧੱਕੇ ਪੈਂਦੇ ਨੇ। ਔਰ ਇਵੇਂ ਦਾ ਫਿੱਕਾ ਬੋਲਣ ਵਾਲਾ ਸੀ ਇੱਕ, ਨਾਮ ਉਹਦਾ ਗੰਗਾ ਰਾਮ ਹੈ। ਔਰ ਬੋਲਣ ਦੇ ਨੂੰ ਬਿਲਕੁਲ ਹੀ ਤਮੀਜ਼ ਨਹੀਂ। ਔਰ ਪਿੰਡ ਵਿੱਚ ਕੋਈ ਨਾ ਕੋਈ ਇੱਕ ਅੱਧਾ ਤਾਂ ਹੁੰਦਾ ਹੀ, ਹਰ ਇੱਕ ਪਿੰਡ 'ਚ ਲਗਭਗ। ਉਹਨੇ ਹਰ ਕਿਸੇ ਨੂੰ ਬੋਲਣਾ ਵੀ, ਉਹਨੇ ਸਤਿ ਸ੍ਰੀ ਅਕਾਲ ਵੀ ਬੁਲਾਉਣੀ, ਪਰ ਬੁਲਾਉਣੀ ਵੀ ਐਵੇਂ ਕਿ ਸਤਿ ਸ੍ਰੀ ਅਕਾਲ ਬੁਲਾਈ ਨਹੀਂ ਜਿਵੇਂ ਵਗਾ ਕੇ ਮਾਰੀ ਹੋਵੇ ਨਾ, ਇਵੇਂ ਬੋਲਦਾ। ਕਈ ਬੋਲਦੇ ਬੜਾ ਕੱਬਾ ਨੇ। ਔਰ ਕਿਸੇ ਦੇ ਘਰ ਗਿਆ, ਪਿੰਡਾਂ 'ਚ ਆਮ ਹੁੰਦਾ ਚਾਈ ਤਾਈ ਚਾਚੀ ਮਾਸੀ ਭੂਆ ਬਣੀ ਹੁੰਦੀ ਹੈ। ਔਰ ਜਦੋਂ ਤਾਈ ਨੇ ਕਿਹਾ ਕਿ ਗੰਗਿਆ ਕੀਤਾ ਤੂੰ ਨੇ ਮਖੌਲੀ ਕਿ ਤੇਰਾ ਨਾਂ ਤੇ ਗੰਗਾ ਰਾਮ ਹੈ, ਤੂੰ ਕਿਤੇ ਗੰਗਾ ਤੇ ਜਾ ਕੇ ਨਹਾਈ ਆ, ਕਿ ਹੋ ਸਕਦਾ ਤੈਨੂੰ ਕਿਤੇ ਬੋਲਣ ਦੀ ਮਾੜੀ ਮੋਟੀ ਤਮੀਜ਼ ਹੀ ਆ ਜਾਏ।
ਹੁਣ ਗੰਗਾ ਰਾਮ ਕਿਉਂਕਿ ਫਿੱਕਾ ਹੈ, ਸੋਭਾ ਫਿੱਕੀ ਹੈ, ਉਹ ਅੰਦਰੋਂ ਫੁਕਰਾ ਜਿਹੜਾ ਹੋਵੇ ਫਿਰ ਉਸ ਵੇਲੇ ਤਿਆਰ ਵੀ ਹੋ ਗਿਆ ਕਿ ਤਾਈ ਨੇ ਗੱਲ ਤੇ ਠੀਕ ਕਹੀ ਹੈ। ਗੰਗਾ ਦੇ ਇਸ਼ਨਾਨ ਵਾਸਤੇ ਕਹਿੰਦੇ ਚੱਲ ਪਿਆ। ਉਹਨੇ ਆਪਣੇ ਨਾਲ ਕੁਝ ਚੌਲ, ਥੋੜੀ ਜਿਹੀ ਦਾਲ ਲਈ ਕਿ 2 ਦਿਨ ਲੱਗਣੇ ਨੇ ਆਉਂਦਿਆਂ ਜਾਂਦਿਆਂ, ਕਿਤੇ ਰਾਹ ਦੇ ਵਿੱਚ ਭੁੱਖ ਲੱਗੇਗੀ ਤੇ ਕਿਤੇ ਕੋਈ ਨਾ ਕੋਈ ਜੁਗਾੜ ਬਣੇਗਾ, ਜਾਂ ਤੇ ਚੱਬ ਲਵਾਂਗੇ ਸੁੱਕੇ ਹੀ, ਜੇ ਕਿਤੇ ਕੋਈ ਬਣ ਗਿਆ ਤੇ ਕਿਤੇ ਬਣਾ ਕੇ ਖਿਚੜੀ ਬਣਾ ਕੇ ਖਾਵਾਂ। ਹੁਣ ਉਹ ਗੰਗਾ ਰਾਮ ਕਹਿੰਦੇ ਕਿਸੇ ਦੇ ਘਰ ਗਿਆ, ਆਵਾਜ਼ ਮਾਰੀ, ਅੰਦਰੋਂ ਮਾਈ ਨਿਕਲੀ ਬਾਹਰ ਤੇ ਮਾਈ ਨੂੰ ਕਹਿੰਦਾ ਮੈਂ ਗੰਗਾ ਦੇ ਇਸ਼ਨਾਨ ਕਰਨ ਚੱਲਿਆ, ਭੁੱਖ ਲੱਗੀ, ਚੌਲ ਮੇਰੇ ਕੋਲ ਨੇ, ਦਾਲ ਵੀ ਹੈ ਤੇ ਥੋੜਾ ਜਿਹਾ ਪਾਣੀ ਪਾ ਕੇ ਜੇ ਉਬਾਲ ਦੇ ਖਿਚੜੀ ਬਣਾ ਦੇ। ਔਰ ਮਾਵਾਂ ਆਮ ਤੌਰ ਤੇ ਇਵੇਂ ਦੇ ਜਦੋਂ ਆਉਣ ਜਾਣ ਵਾਲੇ ਸਮਾਂ ਸੀ ਕਿਤੇ ਰੁਕਦੇ ਸਨ ਤੇ ਲੰਗਰ ਪਾਣੀ ਆਮ ਘਰਾਂ 'ਚੋਂ ਛਕਾ ਦਿੱਤਾ ਜਾਂਦਾ ਸੀ। ਉਹ ਮਾਈ ਕਹਿੰਦੇ ਕਿ ਜੀ ਸਦਕੇ ਆਓ ਜੀ, ਮੈਂ ਹੁਣੇ ਬਣਾ ਦਿੰਦੀ, ਤੂੰ ਬੈਠ। ਪਰ ਬੋਲਣ ਦੀ ਆਦਤ ਵੀ ਬੜੀ ਹੈ ਔਰ ਬੋਲਣਾ ਵੀ ਫਿੱਕਾ ਹੈ। ਕਹਿੰਦੇ ਮਾਈ ਨੇ ਪਾਣੀ ਪਿਆਇਆ, ਪਾਣੀ ਤਾਂ ਪੀ ਲਿਆ, 2 ਮਿੰਟ ਬੈਠਾ ਚੁੱਪ, ਫਿਰ ਪੁੱਛਦਾ ਮਾਈ ਤੂੰ ਇਕੱਲੀ ਹੈ, ਬਾਪੂ ਜੀ ਆਉਂਦਾ ਹੈ? ਹੁਣ ਉਹਨੇ ਕਿਹਾ ਕਿ ਹਾਂ, ਉਹ ਸੁੱਖ ਨਾਲ ਕੰਮ ਤੇ ਗਿਆ ਹੈ। ਫਿਰ ਪੁੱਛਦਾ ਮਾਂ, ਧੀ, ਪੁੱਤਰ? ਕਹਿੰਦੇ 3 ਪੁੱਤਰ ਨੇ। ਹੁਣ ਪੁੱਛਣਾ ਤਾਂ ਇਹ ਸੀ ਕਿ ਠੀਕ ਠਾਕ ਨੇ, ਕਹਿੰਦੇ ਉਹ ਤਿੰਨੇ ਜਿਉਂਦੇ ਨੇ, ਬਸ ਬੋਲਣ ਦੇ ਕੱਬਾ, ਜਿਹਨੇ ਬੋਲਣਾ ਪਤਾ ਹੀ ਨਹੀਂ ਬੋਲਣਾ ਕੀ ਹੈ, ਉਹ ਤਿੰਨੇ ਜਿਉਂਦੇ ਨੇ ਹਜੇ। ਉਸ ਮਾਈ ਨੇ ਫਿਰ ਸਬਰ ਦਾ ਘੁੱਟ ਭਰਿਆ ਕਿ ਭਾਈ ਉਹ ਆਪਣੇ ਪਿਓ ਦੇ ਨਾਲ ਸਾਰੇ ਕੰਮ ਕਾਜ ਤੇ ਗਏ ਨੇ, ਖੇਤਾਂ 'ਚ ਗਏ ਨੇ। ਉਹ 1-2 ਮਿੰਟ ਹੋਰ ਬੈਠਾ, ਮੱਝ ਵੱਲੇ ਦੇਖਿਆ, ਮੱਝ ਘਰ ਖੜੀ ਹੈ ਕਿ ਮਾਤਾ ਇਹ ਮੱਝ ਤੁਹਾਡੀ ਹੈ। ਹੁਣ ਮਾਈ ਥੋੜੀ ਜਿਹੀ ਖਿੱਚ ਵੀ ਗਈ ਵੀ ਜੇ ਸਾਡੇ ਘਰ ਵੱਜੀ ਤੇ ਮੱਝ ਤੇ ਸਾਡੀ ਹੈ ਨਾ, ਪਰ ਕਹਿੰਦਾ ਇਹਨੂੰ ਵੇਖ ਕੇ ਮੈਨੂੰ ਤਰਸ ਬੜਾ ਹੁੰਦਾ। ਹੁਣ ਮਾਈ ਕਹੇ ਕਿ ਤੈਨੂੰ ਤਰਸ ਕਿਉਂ, ਵੀ ਛਾਵੇਂ ਬੰਨੀ ਹੈ, ਚੰਗੀ ਰੱਜੀ ਹੈ, ਪਾਣੀ ਪੂਣੀ ਪਿਆ ਹੈ, ਤਰਸ ਕਿਉਂ ਹੁੰਦਾ, ਕਿਤੇ ਭੁੱਖੀ ਥੋੜੀ ਮਰਦੀ ਹੈ। ਨਹੀਂ, ਕਹਿੰਦਾ ਰੱਜੀ ਤੇ ਹੈ, ਮੋਟੀ ਮੱਝ ਚੰਗੀ ਮੋਟੀ ਹੈ, ਪਰ ਦਰਵਾਜ਼ਾ ਬੜਾ ਛੋਟਾ ਹੈ, ਜੇ ਇਹ ਮਰ ਗਏ ਤੇ ਬਾਹਰ ਕਿਵੇਂ ਕੱਢੋਗੇ। ਉਸ ਮਾਈ ਦਾ ਸਬਰ ਦਾ ਬੰਨ ਜਿਹੜਾ ਸੀ ਟੁੱਟ ਗਿਆ। ਕਹਿੰਦੇ ਕੱਚੀ ਪੱਕੀ ਜੋ ਖਿਚੜੀ ਲਿਆਈ, ਚੁੱਕ ਕੇ ਪਤੀਲਾ ਫੜੀ ਝੋਲੀ, ਕਹਿੰਦੇ ਫੜ ਝੋਲੀ ਕਰ, ਉਹ ਪਲੇਟ ਵੀ ਨਹੀਂ ਦਿੱਤੀ, ਝੋਲੀ 'ਚ ਪਾ ਦਿੱਤੀ। ਉੱਥੇ ਰੋਵੇ ਕਿ ਮਾਈ ਮੇਰੇ ਪੈਰ ਸੜ ਗਏ। ਔਰ ਮਾਈ ਕਹਿੰਦੇ ਪੈਰ ਕੀ, ਤੇਰੇ ਤੇ ਜ਼ੁਬਾਨ ਸੜ ਜਾਣੀ ਚਾਹੀਦੀ ਹੈ, ਇੰਨਾ ਫਿੱਕਾ, ਇੰਨਾ ਮਾੜਾ। ਉਰੇ ਤੇ ਕੇਵਲ ਇੱਕ ਸਾਖੀ ਹੈ ਨਾ, ਮਾੜਾ ਬੋਲਣ ਵਾਲਿਆਂ ਨੂੰ ਰੱਬ ਦੇ ਦਰਗਾਹ ਤੇ ਵੀ ਸਤਿਗੁਰੂ ਜੀ ਕਹਿੰਦੇ ਨੇ ਭਈ ਥੁੱਕਾਂ ਪੈਂਦੀਆਂ ਨੇ, ਤੱਕੇ ਪੈਂਦੇ ਨੇ। ਔਰ ਬਾਬਾ ਫਰੀਦ ਜੀ ਨੇ ਪਾਵਨ ਬਚਨ ਕਿਹਾ ਹੈ, ਕਹਿੰਦੇ ਜੇ ਤੈਨੂੰ ਮਾੜੀ ਮੋਟੀ ਕੋਈ ਇੱਛਾ ਹੈ ਰੱਬ ਦੇ ਨਾਲ, ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਮਿਲਣ ਦੀ, ਤੇ ਇਹ ਗੱਲ ਬਿਲਕੁਲ ਚੇਤੇ ਰੱਖੀ, ਕਦੇ ਫਿੱਕਾ ਨਾ ਬੋਲੀ, ਕਦੇ ਕਿਸੇ ਦਾ ਦਿਲ ਨਾ ਥੁਕਾਈ। ਜੇ ਤੋ ਪਿਰਿਆਂ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਭਾਈ ਫਿਰ ਮਾੜਾ ਬੋਲ ਕੇ ਕਦੇ ਕਿਸੇ ਦਾ ਦਿਲ ਨਹੀਂ ਦਿਖਾਈਦਾ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਸਮਝਦੇ ਨਹੀਂ। ਮਨਮੁਖ ਫਿੱਕਾ ਆਲਾਓ, ਉਹ ਫਿੱਕਾ ਬੋਲਦੇ ਨੇ। ਅੱਗੇ ਸਤਿਗੁਰੂ ਜੀ ਨੇ ਫਿਰ ਭਗਤਾਂ ਦੀ ਵਡਿਆਈ ਕੀਤੀ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੇ ਹੂੰ ਤੂੰ ਜਾਤਾ। ਹੇ ਰੱਬ ਜੀ, ਭਗਤਾਂ ਦੇ ਵਿੱਚ ਤੂੰ ਆਪ ਵਰਤਣਾ ਹੈ। ਔਰ ਜਿਹੜੇ ਭਗਤ ਵਿੱਚ ਆਪ ਵਰਤਦਾ ਉਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਦਾ ਕਹਿਆ ਹੋਇਆ ਰੱਬ ਦੇ ਦਰ ਤੱਕ ਵੀ ਚੱਲਦਾ ਹੈ। ਜਾ ਕਾ ਕਹਿਆ ਦਰਗਾਹ ਚੱਲਦਾ ਹੈ। ਉਹਨਾਂ ਭਗਤਾਂ ਦੇ ਅੰਦਰ ਤੂੰ ਆਪ ਵਰਤਣਾ ਹੈ। ਭਗਤੇ ਹੂੰ ਤੂੰ ਜਾਤਾ, ਭਗਤੀ ਹੂੰ, ਭਗਤੀ ਦੇ ਰਾਹੀਂ ਹੀ ਜਿਹਨੇ ਤੈਨੂੰ ਜਾਣਿਆ ਹੈ, ਸਮਝਿਆ ਹੈ, ਕੇਵਲ ਭਗਤੀ ਦੇ ਰਾਹੀਂ ਸਮਝਿਆ ਹੈ। ਜਾਣ ਪਛਾਣ ਭਗਤੀ ਕਰਕੇ ਤੇਰੇ ਨਾਲ ਪਾਈ ਹੈ। ਮਾਇਆ ਮੋਹ ਸਭ ਲੋਕ ਹੈ ਤੇਰੇ, ਤੂੰ ਏਕੋ ਪੁਰਖ ਵਿਧਾਤਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਉਹਨਾਂ ਨੂੰ ਗੱਲ ਸਮਝ ਆਉਂਦੀ ਹੈ ਕਿ ਮਾਇਆ ਜਿੰਦੇ ਮੋਹ ਤੋਂ ਬਚਣਾ ਵੀ ਹੈ, ਜਿਹੜੀ ਮਾਇਆ ਦੇ ਵਿੱਚ ਰਹਿਣਾ ਵੀ ਹੈ। ਇਹ ਮਾਇਆ ਕੋਈ ਆਪੇ ਥੋੜ੍ਹੀ ਆ ਗਈ ਹੈ।
माया मोह सब लोक है तेरी, ये तो तेरी बनाई हुई, तेरी पैदा की हुई है ना। और धन गुरु नानक साहब जी कहते हैं दुई कुदरत साझी है, ये दुई कुदरत माया ही तो है। तू एको पुरख विधाता, माया बनाई हुई तेरी है, तू बनाने वाला पैदा करने वाला केवल एक ही है। होमे मार मनसा मणे समाणी, गुर कै शब्द पछाता, पर जिन्हों ने तेरी भगती की शब्द के नाल जुड़े, कहते उन्होंने अंदरों अपनी होमे नूं मारिया। होमे मार मनसा मणे समाणी, ये मनसा आसा ते इच्छावां कदे पूरीआं नहीं होंदियां। मनसा मणे समाणी, वो सारिया इच्छावां उन्होंने अपने मन दे विच संकोच ही लईआं, उन्हां आशावां नूं मार ही दिता ते रखिया कि तेरा किया मीठा लगे, जो तू करेगा भला ही करेगा। जे सुख दे तो तुझे आराधे, क्योंकि आस कोई है ही नहीं, दुख भी तुझे ते आई। होमै मार मनसा मणे समाणी, ते इस गल की समझ किवें आई, कहते गुर कै शब्द पछाता, जिन्हों ने भी रब के नाल जान पछाण पाई, उन्होंने पछाणिया गुरु के शब्द के राही ही पछाणिया, ज्ञान के राही पछाणिया। अचिंत काम करे प्रभ तिनके, जिन हर का नाम प्यारा, जिन्होंने हरि दा रब दा परमेश्वर का नाम प्यारा लगता है, ਜਿਹੜੇ ਉਹਦੇ प्यारे भगत बन जाते हैं। कहते अचिंत काम करे तिनके, कई बार उस काम का बिल्कुल पता ही नहीं होता कि काम साडा कदे हो भी जाएगा। वो जेडे अचिंत काम ने ना, उन्होंने भी आके कर जाता है तो पता उदों लगता कि हो गया। और इहदा दूसरा अर्थ यह भी है कि जेडे तेरी भगत करने वाले ने, उन्होंने इवें दे कामां की चिंता ही नहीं, ये चिंता तेनू आप है। अचिंत काम करे प्रभ तिनके, ते किन्ना दे जी, कहते जिन हर का नाम प्यारा, जिन्होंने हरि परमेश्वर का नाम प्यारा लग्या। गुर प्रसाद सदा मन वसिया, सब काज सवारन हारा। गुर प्रसाद गुरु की कृपा नाल जिन्हों के मन में वस गया, तो कौन कहते जेडे सारे कारज रास करने वाला रब परमेश्वर है। गुर प्रसाद सदा मन वसिया, सब काज सवारन हारा। वो फिर सारे कार्य रास करता है, क्योंकि वही रास कर सकता है, सवारन हारा वही है। उन्हां के रेस करे सो विकुचाए, जिन हर प्रभ है रखवारा। उन्हां दी किन्हां दी, जेडे भगतां दी गल हुंदी है कि जे कोई उन्हां दे रेस करे, उन्हां को मिठा मिठा बोले, धौड़ थले सुट के बैठा रहे, मेरे वर्गा भगत कोई नहीं। अंदरों किसी को गाला ही कढ़दा हो, भावें बुरे सोचदा हो, उन्हां वर्गा बनना चाहिए है। पर जब उतों तो रेस करे, गुरु साहब जी कहते हैं उन्हां की रेस करे सो बगीचा, वो खुआर हुंदा है। तो किन्हां दे रेस कहते, जिन्हां हर प्रभ है रखवारा, जिन्हां दा राखा रब आप है। भाई जे तू उन्हां दे रेस करे, पहरावा उन्हां वर्गा पा लवे, अंदरों बड़े ना, तो फिर खुआर होएगा। बिन सतगुर सेवे किने न पाया, मनमुख भौंक हुए मोए बिल लाई। सतगुरु जी कहते हैं भाई गुरु की सेवा तो बिना, सिमरन तो बिना अज तक रब नूं किसे नहीं पाया, ना कोई पा सकता है। बिन सतगुर सेवे किने न पाया, मनमुख भौंक मोए बिल लाई। पर मन के पिछे चलण वाले मनमुख लोग भौंकते खप के मर गए। उरे भौंकते शब्द वरते, मनमुख भौंक मोए बिल लाई। हाथी जाता हो ना, कुत्ते भौंकते ने। बस भगतां की चाल बिल्कुल निराली है, वो हाथी की तरह तुरी जाते हैं। तो मनमुख फिर उन्होंने निंदा करते भौंकते हैं, वो फिर परवाह नहीं करते कि भौंकी है। मनमुख भौंक मोए बिल लाई, आवे जावे ठौर न पावे, दुख में दुख समाई। इवें निंदक भौंकण वाले, मन के पिछे चलण वाले, कहते आवे जावे ठौर न पावे, जमदे ने मरदे ने, आउंदे ने जांदे ने, पर टिकाणा मिलदा ही नहीं, निश्चल थां मिलदी भी नहीं। आवे जावे ठौर न पावे, दुख में है
ਦੁੱਖ ਸਮਾਈ ਦੁੱਖ ਦੇ ਵਿੱਚ ਰਹਿੰਦੇ ਨੇ, ਜੀਵਨ ਦੁੱਖ 'ਚ ਬਤੀਤ ਕਰਦੇ ਨੇ, ਦੁੱਖ ਸਮਾਈ ਦੁੱਖ ਵਿੱਚ ਮਰ ਕੱਪ ਜਾਂਦੇ ਨੇ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜੇ ਸੱਚ ਸਮਾਈ। ਪਰ ਜਿਹੜਾ ਗੁਰੂ ਦੇ ਸਨਮੁਖ ਹੋ ਜੇ, ਗੁਰਮੁਖ ਬਣ ਜੇ, ਉਹ ਨਾਮ ਅੰਮ੍ਰਿਤ ਨੂੰ ਪੀਂਦਾ ਹੈ, ਹਰ ਵੇਲੇ ਪੀਂਦਾ ਹੈ। ਅੰਮ੍ਰਿਤ ਇਹ ਨਹੀਂ ਕਹਿਣਾ ਕਿ 50 ਸਾਲ ਪਹਿਲੋਂ ਛਕਿਆ ਸੀ, ਉਦੋਂ ਤੇ ਅੰਮ੍ਰਿਤ ਸੰਚਾਰ ਹੋਣਾ ਸੀ, ਤੇ ਜਦੋਂ ਸੰਚਾਰ ਹੋ ਜੇ ਫਿਰ ਹਰ ਵੇਲੇ ਪੀਂਦਾ ਹੈ। ਔਰ ਅੰਮ੍ਰਿਤ ਪੀ ਪੀ ਕੇ ਸਹਿਜੇ ਸਾਚ ਸਮਾਈ, ਉਹ ਸੱਚ ਵਿੱਚ ਸਮਾ ਜਾਂਦਾ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਸਿਮਰਨ ਤੋਂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਭਾਵੇਂ ਅਧਿਕਾਈ ਕਿੰਨੇ ਕਰਮ ਕਰੀ ਜਾ, ਜਨਮ ਨਾ ਛੋੜੈ। ਇਹ ਜਨਮ ਮਰਨ ਨੇ ਖਹਿੜਾ ਛੱਡਣਾ ਨਹੀਂ। ਬਿਨ ਸਤਿਗੁਰ, ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ, ਬਿਨ ਸਤਿਗੁਰ ਸੇਵੇ ਜਨਮ ਨਾ ਛੋਟੇ। ਜਨਮ ਮਰਨ ਦਾ ਖਹਿੜਾ ਜਿਹੜਾ ਉਹ ਛੱਡਦੇ ਨਹੀਂ। ਜੇ ਅਨੇਕ ਕਰਮ ਕਰੈ ਅਧਿਕਾਈ, ਤੇ ਕਿਹੜੇ ਅਧਿਕਾਈ ਕਰਮ? ਬਹੁਤ ਕਰਮ ਕਰੇ। ਵੇਦ ਪੜ੍ਹੇ ਤੈ ਬਾਤ ਬਖਾਣੈ, ਬਿਨ ਹਰ ਪਤ ਗਵਾਈ। ਆਪਣੇ ਆਪ ਜਿੰਨੇ ਮਰਜ਼ੀ ਵੇਦ ਤੋਂ ਭਾਵ ਕੇ ਧਾਰਮਿਕ ਗ੍ਰੰਥ ਪੜ੍ਹੀ ਜਾ, ਆਪਣੇ ਆਪ ਦੇ ਵਿੱਚ ਭਾਵੇਂ ਕਹੀ ਜੇ ਕਿ ਮੈਂ ਬੜਾ ਪੜ੍ਹਿਆ ਲਿਖਿਆ, ਪਰ ਇਹ ਪੜ੍ਹਾਈ ਲਿਖਾਈ ਵੀ ਕੇਵਲ ਤੇ ਕੇਵਲ ਵਾਦ ਵਿਵਾਦ ਬਣ ਕੇ ਰਹਿ ਗਈ। ਬਿਨ ਹਰ ਪਤ ਗਵਾਈ, ਹਰੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਪੜ੍ਹ ਲਿਖ ਕੇ ਵੀ ਆਪਣੀ ਇੱਜ਼ਤ ਗਵਾ ਕੇ ਚਲਾ ਗਿਆ। ਸਾਚਾ ਸਤਿਗੁਰੂ ਸਾਚੀ ਜਿਸ ਬਾਣੀ, ਭੱਜ ਛੁੱਟੇ ਗੁਰ ਸ਼ਰਨਾਈ। ਗੁਰੂ ਕੇ ਸਿੱਖਾ, ਜੇ ਇੱਥੋਂ ਛੁੱਟਣਾ ਚਾਹੁੰਦਾ ਭੱਜ, ਭੱਜ ਕੇ ਉਸ ਗੁਰੂ ਦੇ ਸ਼ਰਨ ਵਿੱਚ ਪੈ ਜਿਹੜਾ ਗੁਰੂ ਸੱਚਾ ਹੈ, ਜਿਹੜੇ ਗੁਰੂ ਦੀ ਬਾਣੀ ਸੱਚੀ ਹੈ, ਸੱਚੇ ਦੀ ਸੱਚੀ ਸਿਲਸਿਲਾ ਕਰਨ ਵਾਲੀ ਬਾਣੀ ਹੈ, ਉਸ ਬਾਣੀ ਦੇ ਲੜ ਲੱਗ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ। ਤੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਇਹ ਸੱਚ, ਇਹ ਸ਼ਬਦ ਵਸ ਗਿਆ, ਉਹ ਆਪ ਸੱਚੇ ਹੋ ਗਏ, ਸੱਚੇ ਦਰ ਤੇ ਜਾ ਕੇ ਸਚਿਆਰ ਹੋ ਗਏ, ਸਚਿਆਰ ਪ੍ਰਵਾਨ ਕੀਤੇ ਗਏ। ਉਹਨਾਂ ਦੀ ਸੋਭਾ ਜੁਗ ਜੁਗ ਹੋਏ, ਕੋਈ ਨਾ ਮੇਟਣ ਹਾਰਾ। ਜਿਹੜੇ ਇਸ ਸੱਚ ਨਾਲ ਜੁੜੇ, ਉਹਨਾਂ ਦੀ ਸ਼ੋਭਾ ਹਰ ਯੁੱਗ ਦੇ ਵਿੱਚ, ਹਰ ਸਮੇਂ ਹੋਈ ਹੈ। ਔਰ ਦੁਨੀਆ ਦੀ ਕੋਈ ਤਾਕਤ ਉਸ ਸ਼ੋਭਾ ਨੂੰ ਮਿਟਾ ਸਕਦੀ ਨਹੀਂ। ਨਾਨਕ ਤਿਨ ਕੈ ਸਤ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਅਖੀਰ ਤੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਪੇਸ਼ ਉਹਨਾਂ ਤੋਂ ਬਲਿਹਾਰ ਜਾਂਦੇ, ਸਦਕੇ ਜਾਂਦੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ। ਵਾਹਿਗੁਰੂ